ਹਾਂਜੀ ਬੇਟਾ, ਨੈਕਸਟ ਟੌਪਿਕ ਆਪਾਂ ਕਰਨ ਜਾ ਰਹੇ ਹਾਂ ਇੰਟਰ ਥ੍ਰੈਡ ਕਮਿਊਨੀਕੇਸ਼ਨ। ਜਿਵੇਂ ਕਿ ਨੇਮ ਤੋਂ ਹੀ ਕਲੀਅਰ ਹੈ ਕਿ ਇੰਟਰ ਥ੍ਰੈਡ ਕਮਿਊਨੀਕੇਸ਼ਨ ਕੀ ਹੈ ਕਿ ਜਿਹੜੇ ਥ੍ਰੈਡਸ ਉਹ ਆਪਸ ਵਿੱਚ ਕਮਿਊਨੀਕੇਟ ਕਿਵੇਂ ਕਰਦੇ ਆ। ਠੀਕ, ਸਪੋਜ਼ ਜਿਵੇਂ ਆਪਾਂ ਲਾਈਫ ਸਾਈਕਲ ਦੇ ਵਿੱਚ ਪ੍ਰੋਗਰਾਮ ਕੀਤਾ ਸੀਗਾ ਕਿ 3 ਥ੍ਰੈਡਸ ਹੈ। ਠੀਕ ਹੈ, ਜਦੋਂ ਥ੍ਰੈਡ 1 ਆਪਾਂ ਕਹਿੰਦੇ ਕੁਝ ਟਾਈਮ ਲਈ ਵੇਟ ਕਰ ਰਿਹਾ ਵਾ, ਆਪਾਂ ਉਹਨੂੰ ਸਸਪੈਂਡ ਕਰਤਾ ਫॉर द ਟਾਈਮ ਬੀਇੰਗ, ਤਾਂ ਉਹਨੇ ਟਾਈਮ ਥ੍ਰੈਡ 2 ਰਨ ਹੋਊਗਾ। ਜਦੋਂ ਥ੍ਰੈਡ 2 ਰਨ ਹੋ ਰਿਹਾ ਸੀ ਆਪਾਂ ਉਹਨੂੰ ਥੋੜੇ ਟਾਈਮ ਲਈ ਸਲੀਪ ਕਰਤਾ, ਤਾਂ ਫਿਰ ਥ੍ਰੈਡ 3 ਚੱਲਣਾ ਸ਼ੁਰੂ ਹੋ ਗਿਆ। ਤਾਂ ਜੋ ਕਹਿੰਦਾ ਆਪਸ ਵਿੱਚ ਇਹਨੂੰ ਇੰਟਰ ਥ੍ਰੈਡ ਕਮਿਊਨੀਕੇਸ਼ਨ ਕਿਹਾ ਜਾਂਦਾ ਵਾ। ਠੀਕ ਹੈ, ਇਹਦੀ ਮੈਂ ਕੋਈ ਹੋਰ ਐਗਜ਼ਾਮਪਲ ਨਹੀਂ ਦੇ ਰਹੀ, ਤੁਹਾਨੂੰ ਉਹੀ ਲਾਈਫ ਸਾਈਕਲ ਵਾਲੀ ਐਗਜ਼ਾਮਪਲ ਦਊਂਗੀ। ਉਹ ਕਹਿੰਦਾ ਇੰਟਰ ਥ੍ਰੈਡ ਕਮਿਊਨੀਕੇਸ਼ਨ ਜੇ ਆਪਾਂ ਦੇਖਦੇ ਹਾਂ ਜਾਵਾ ਦੇ ਵਿੱਚ, ਤਾਂ ਜਿਹੜੀ ਇੰਟਰ ਪ੍ਰੋਸੈਸ ਜਾਂ ਇੰਟਰ ਥ੍ਰੈਡ ਕਮਿਊਨੀਕੇਸ਼ਨ ਆ ਉਹ ਫੋਲੋਇੰਗ ਮੈਥਡਸ ਨਾਲ ਹੁੰਦੀ ਹੈ। ਕਿਹੜੇ ਮੈਥਡਸ ਦਾ? ਵੇਟ ਮੈਥਡ। ਉਹ ਕਹਿੰਦਾ ਇਹ ਮੈਥਡ ਯੂਜ਼ ਹੁੰਦਾ ਵਾ ਕਿ ਜਦੋਂ ਆਪਾਂ ਇੱਕ ਥ੍ਰੈਡ ਨੂੰ ਕਹਿੰਦੇ ਆ ਕਿ ਤੂੰ ਥੋੜੀ ਦੇਰ ਲਈ ਮੋਨੀਟਰ ਨੂੰ ਗਿਵ ਅਪ ਕਰ ਦੇ, ਮਤਲਬ ਕਿ ਥੋੜੀ ਦੇਰ ਲਈ ਆਪਾਂ ਉਹਨੂੰ ਵੇਟ ਸਟੇਟ ਵਿੱਚ ਪਾ ਦਿੰਦੇ ਆ, ਉਹ ਸਲੀਪ ਮੋਡ 'ਚ ਚਲਿਆ ਜਾਂਦਾ ਔਰ ਉਨੀ ਦੇਰ ਤੱਕ ਹੋਰ ਜਿਹੜਾ ਥ੍ਰੈਡ ਆ ਉਹ ਉਹਨੂੰ ਮਤਲਬ ਐਗਜ਼ੀਕਿਊਟ ਹੋਣਾ ਸ਼ੁਰੂ ਹੋ ਜਾਂਦਾ, ਪ੍ਰੋਸੈਸਰ ਉਹਨੂੰ ਐਗਜ਼ੀਕਿਊਟ ਕਰਦਾ। ਔਰ ਜਿੰਨੇ ਟਾਈਮ ਲਈ ਆਪਾਂ ਇੱਕ ਥ੍ਰੈਡ ਨੂੰ ਵੇਟ ਦੇ ਵਿੱਚ ਪਾਇਆ ਵਾ ਉਨੇ ਟਾਈਮ ਤੋਂ ਬਾਅਦ ਉਹ ਫਿਰ ਤੋਂ ਵਾਪਸ ਕਿਊ ਦੇ ਵਿੱਚ ਆ ਜਾਂਦਾ ਔਰ ਉਹਦੇ ਲਈ ਨੋਟੀਫਾਈ ਮੈਥਡ ਯੂਜ਼ ਹੁੰਦਾ। ਤਾਂ ਇਹ ਇੰਟਰ ਥ੍ਰੈਡ ਕਮਿਊਨੀਕੇਸ਼ਨ ਹੈ ਕਿ ਇੱਕ ਥ੍ਰੈਡ ਨੂੰ ਆਪਾਂ ਵੇਟ ਮੋਡ ਵਿੱਚ ਪਾਤਾ, ਫॉर द टाइम भी कोई एग्जीक्यूशन रुक गई, दूसरा थ्रेड एग्जीक्यूट होना शुरू हो गया और जो वेटिंग टाइम ओवर होया तो फिर तो थ्रेड दोबारा एग्जीक्यूट होना शुरू हो गया। इस तरह नोटिफाई मैथड है। वो कहता कि नोटिफाई की है? नोटिफाई मैथड है कि जो आप वेट में पाया फर्स्ट थ्रेड, जो जिन्नी देर लिए वेट गई, सपोज मैं 5 मिली सैकेंड्स लिए वेट गई, तो 5 मिली सैकेंड्स तो बाद ऑटोमैटिकली नोटिफाई मैथड जोड़ा वा पहले वाले थ्रेड को एक्टिवेट कर दूगा और प्रोसैसर उन्होंने अलॉट हो जाएगा, वो एग्जीक्यूट होना शुरू हो जाएगा। ठीक है, नोटिफाई ऑल। ਇਹ ਨੋਟੀਫਾਈ ਆਲ ਦਾ ਮਤਲਬ ਹੁੰਦਾ ਵੀ ਜਿੰਨੇ ਵੀ ਥ੍ਰੈਡ ਜਿਹੜੇ ਰਨ ਹੋ ਰਹੇ ਸੀ ਆਪਾਂ ਵੇਟਿੰਗ ਸਟੇਟ ਵਿੱਚ ਪਾਏ ਹੋਏ ਸੀ ਵੇਟ ਨਾਲ, ਸਪੋਜ਼ ਮੈਂ T1 T2 T3 ਤਿੰਨੋਂ ਥ੍ਰੈਡ ਵੇਟ ਵਿੱਚ ਪਾਏ ਹੋਏ ਆ, T4 ਐਗਜ਼ੀਕਿਊਟ ਹੋ ਰਿਹਾ, ਤਾਂ ਨੋਟੀਫਾਈ ਆਲ ਜਦੋਂ ਮੈਂ ਕਰੂੰਗੀ ਤਾਂ ਉਹ ਤਿੰਨੋਂ ਥ੍ਰੈਡ ਜਿਹੜੇ ਆ ਉਹ ਵੇਕਅਪ ਹੋ ਜਾਣਗੇ। ਠੀਕ ਹੈ, ਔਰ ਉਹਨਾਂ ਵਿੱਚੋਂ ਕਿਹੜਾ ਪਹਿਲਾਂ ਐਗਜ਼ੀਕਿਊਟ ਹੋਊਗਾ? ਜਿਹਦੀ ਹਾਈ ਪ੍ਰਾਇੋਰਟੀ ਉਹ ਪਹਿਲਾਂ ਚੱਲੂਗਾ, ਫਿਰ ਉਸ ਤੋਂ ਬਾਅਦ ਨਾਰਮਲ ਮਤਲਬ ਵਿਚਾਲਰੀ ਪ੍ਰਾਇੋਰਟੀ ਵਾਲਾ ਨਾਰਮਲ ਪ੍ਰਾਇੋਰਟੀ, ਫਿਰ ਮਿਨੀਮਮ ਪ੍ਰਾਇੋਰਟੀ। ਤਾਂ ਇਹਨਾਂ ਨੂੰ ਆਪਾਂ ਇੰਟਰ ਪ੍ਰੋਸੈਸ ਜਾਂ ਇੰਟਰ ਥ੍ਰੈਡ ਕਮਿਊਨੀਕੇਸ਼ਨ ਕਹਿੰਦੇ ਆ। ਇਹਦੀ ਜਿਹੜੀ ਐਗਜ਼ਾਮਪਲ ਹੈ ਇੰਟਰ ਪ੍ਰੋਸੈਸ ਕਮਿਊਨੀਕੇਸ਼ਨ ਦੀ, ਉਹ ਆਪਾਂ ਉਹੀ ਕਰ ਸਕਦੇ ਹਾਂ ਜਿਹੜੀ 12 ਪੁਆਇੰਟ ਲਾਈਫ ਸਾਈਕਲ ਆਫ ਏ ਉਹਦੇ ਵਿੱਚ ਕਰਵਾਈ ਆ ਤੁਹਾਨੂੰ ਮੈਂ ਥ੍ਰੈਡਸ ਦੀ, ਕਿ ਜਦੋਂ ਆਪਾਂ ਸਟੇਜਿਸ ਕੀਤੀਆਂ ਲਾਈਫ ਸਾਈਕਲ ਆਫ ਥ੍ਰੈਡ ਕੀਤਾ ਤਾਂ ਉਹਦੇ ਵਿੱਚ ਆਪਾਂ 3 ਕਲਾਸਿਸ ਲਈਆਂ ਸੀ। ਤੁਹਾਨੂੰ ਮੈਂ ਚੈੱਕ ਕਰਵਾਉਣੀ ਆ, ਪ੍ਰੋਗਰਾਮ ਨੰਬਰ ਹੈ ਮਲਟੀ ਥ੍ਰੈਡ ਜਿਹੜਾ ਤੁਸੀਂ ਕਰਨਾ ਵਾ ਕਿ ਇਸ ਕਨਸੈਪਟ ਵਿੱਚ ਕੀ ਯੂਜ਼ ਹੁੰਦਾ ਇੰਟਰ ਥ੍ਰੈਡ ਕਮਿਊਨੀਕੇਸ਼ਨ ਦੇ ਵਿੱਚ। ਤਾਂ ਇੰਟਰ ਥ੍ਰੈਡ ਕਮਿਊਨੀਕੇਸ਼ਨ ਦੇ ਵਿੱਚ ਜਿਹੜਾ ਆਪਣਾ ਪ੍ਰੋਗਰਾਮ ਆ ਉਹ ਤੁਹਾਡਾ ਇਹੀ 12.3 ਵਾਲਾ ਪ੍ਰੋਗਰਾਮ ਆਊਗਾ। ਠੀਕ ਹੈ, ਇਹਦੇ ਵਿੱਚ ਆਪਾਂ ਮੈਥਡ ਯੂਜ਼ ਕੀਤਾ ਹੋਇਆ ਸਲੀਪ ਵੀ, ਠੀਕ ਹੈ, ਕਿਲ ਕੀਤਾ ਹੋਇਆ ਸਟਾਪ, ਸਲੀਪ ਐਂਡ ਯੀਲਡ। ਠੀਕ ਹੈ, ਇਹ ਸਾਰੇ ਜਿਹੜੇ ਮੈਥਡਸ ਹੈ ਵੇਟ, ਨੋਟੀਫਾਈ ਆਲ, ਇਹ ਸਾਰੇ ਮੈਥਡ ਇੰਟਰ ਥ੍ਰੈਡ ਕਮਿਊਨੀਕੇਸ਼ਨ ਦੇ ਮੈਥਡਸ ਹੈ ਜਿਹੜੇ ਕਿ ਤੁਸੀਂ ਕੋਈ ਵੀ ਐਗਜ਼ਾਮਪਲ ਲਿਖ ਸਕਦੇ ਹੋ। ਸਪੋਜ਼ ਆਪਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਕਿਵੇਂ ਆਪਾਂ ਕਹਿੰਦੇ ਹਾਂ ਕਿ ਜਦੋਂ ਇੱਕ ਥ੍ਰੈਡ ਚੱਲ ਰਿਹਾ, ਮਲਟੀਪਲ ਥ੍ਰੈਡਸ ਚੱਲਦੇ ਆ, ਆਪਾਂ ਬਲੌਕ ਡਾਇਗਰਾਮ ਤੇ ਆਉਂਦੇ ਹਾਂ। ਠੀਕ ਹੈ, ਇਹ ਡਾਇਗਰਾਮ ਸੀਗੀ, ਜਦੋਂ ਕੋਈ ਥ੍ਰੈਡ ਰਨ ਹੋ ਰਿਹਾ ਸੀ ਤਾਂ ਇਨ ਬਿਟਵੀਨ ਉਹ ਬਲੌਕ ਹੋ ਜਾਂਦਾ, ਤੇ ਜਦੋਂ ਬਲੌਕ ਹੋ ਗਿਆ ਦੂਜਾ ਚੱਲਣਾ ਸ਼ੁਰੂ ਹੋ ਜਾਂਦਾ, ਜਦੋਂ ਉਹ ਬਲੌਕ ਹੋਇਆ ਤੀਸਰਾ ਚੱਲਣਾ ਸ਼ੁਰੂ ਹੋ ਜਾਂਦਾ, ਤਾਂ ਥ੍ਰੈਡ ਚੱਲਦੇ ਰਹਿੰਦੇ ਆ। ਠੀਕ ਹੈ, ਉਹ ਕਹਿੰਦਾ ਜਦੋਂ ਇੱਕ ਥ੍ਰੈਡ ਸਟਾਪ ਹੋਇਆ, ਜਿਵੇਂ ਆਪਾਂ ਕਹਿੰਦੇ ਹਾਂ ਕਿ ਰਨਿੰਗ ਤੋਂ ਬਲੌਕ ਵਿੱਚ ਜਾਂਦੇ ਆ, ਤਾਂ ਰਨਿੰਗ ਤੋਂ ਬਲੌਕ ਵਿੱਚ ਉਦੋਂ ਜਾਂਦੇ ਜਦੋਂ ਆਪਾਂ ਕਹਿੰਦੇ ਵੇਟ ਕਰੇ, ਸਲੀਪ ਕਰੇ, ਜਾਂ ਆਪਾਂ ਕਹਿੰਦੇ ਆ ਵੇਟ, ਸਲੀਪ ਜਾਂ ਸਸਪੈਂਡ। ਠੀਕ ਹੈ, ਜਦੋਂ ਆਪਾਂ ਕਹਿੰਦੇ ਵੇਟ ਕਰੇ ਤਾਂ ਉਸ ਤੋਂ ਬਾਅਦ ਨੋਟੀਫਾਈ ਮੈਥਡ ਆਟੋਮੈਟਿਕਲੀ ਐਕਟੀਵੇਟ ਹੋ ਜਾਂਦਾ, ਵੇਟ ਐਂਡ ਨੋਟੀਫਾਈ ਇਕੱਠਾ ਵਾ। ਠੀਕ ਹੈ, ਜੇ ਆਪਾਂ ਕਹਿੰਦੇ ਆ ਸਲੀਪ ਆ ਤਾਂ 19 ਮਿਲੀ ਸੈਕਿੰਡ ਦੀ ਸਲੀਪ ਤੋਂ ਬਾਅਦ ਉਹ ਆਟੋਮੈਟਿਕਲੀ ਐਕਟੀਵੇਟ ਹੋ ਜਾਂਦਾ। ਸਸਪੈਂਡ ਤੇ ਰਿਜ਼ਿਊਮ ਹੈ, ਜੇ ਸਸਪੈਂਡ ਕੀਤਾ ਵਾ ਤਾਂ ਰਿਜ਼ਿਊਮ ਹੋਊਗਾ। ਠੀਕ ਹੈ, ਜਦੋਂ ਆਪਾਂ ਇੱਕ ਥ੍ਰੈਡ ਨੂੰ ਸਸਪੈਂਡ ਕਰਦੇ ਹਾਂ ਤਾਂ ਦੂਸਰਾ ਥ੍ਰੈਡ ਚੱਲਦਾ ਵਾ, ਉਹ ਇੰਟਰ ਥ੍ਰੈਡ ਕਮਿਊਨੀਕੇਸ਼ਨ ਹੈ। ਔਰ ਰਿਜ਼ਿਊਮ ਨਾਲੋਂ ਫਿਰ ਤੋਂ ਰਿਜ਼ਿਊਮ ਹੋ ਜਾਂਦਾ, ਜਦੋਂ ਆਪਾਂ ਸਲੀਪ ਕਰਦੇ ਹਾਂ ਇੱਕ ਥ੍ਰੈਡ ਸਲੀਪ ਹੋ ਗਿਆ ਤਾਂ ਦੂਜਾ ਥ੍ਰੈਡ ਚੱਲੂਗਾ। ਮਤਲਬ ਜਦੋਂ ਇੱਕ ਥ੍ਰੈਡ ਰੁਕਦਾ ਤਾਂ ਦੂਸਰਾ ਚੱਲਣਾ ਸ਼ੁਰੂ ਹੋ ਜਾਂਦਾ, ਦੂਸਰਾ ਰੁਕਦਾ ਤੀਸਰਾ ਚੱਲਣਾ ਸ਼ੁਰੂ ਹੋ ਜਾਂਦਾ, ਤੀਸਰਾ ਰੁਕਦਾ ਤਾਂ ਪਹਿਲੇ ਵਾਲਾ ਦੁਬਾਰਾ ਐਕਟੀਵੇਟ ਹੋ ਜਾਂਦਾ। ਤਾਂ ਜਿਹੜੀ ਇਹ ਕਮਿਊਨੀਕੇਸ਼ਨ ਹੈ ਦੈਟ ਇਜ਼ ਇੰਟਰ ਥ੍ਰੈਡ ਕਮਿਊਨੀਕੇਸ਼ਨ। ਔਰ ਇੰਟਰ ਥ੍ਰੈਡ ਕਮਿਊਨੀਕੇਸ਼ਨ ਵਿੱਚ ਮੈਥਡ ਕਿਹੜੇ ਯੂਜ਼ ਹੁੰਦੇ ਆ? ਸਸਪੈਂਡ ਐਂਡ ਰਿਜ਼ਿਊਮ, ਸਲੀਪ ਮੈਥਡ, ਵੇਟ ਐਂਡ ਨੋਟੀਫਾਈ ਜਾਂ ਵੇਟ ਐਂਡ ਨੋਟੀਫਾਈ ਆਲ। ਇਹ ਤਿੰਨੋਂ ਮੈਥਡ ਇੰਟਰ ਥ੍ਰੈਡ ਕਮਿਊਨੀਕੇਸ਼ਨ ਵਿੱਚ ਯੂਜ਼ ਹੁੰਦੇ ਆ। ਔਰ ਉਹਦੀ ਤੁਸੀਂ ਉਹੀ ਐਗਜ਼ਾਮਪਲ ਦੇ ਸਕਦੇ ਹੋ ਜਿਹੜੀ ਲਾਈਫ ਸਾਈਕਲ ਵਾਲੀ ਦਿੱਤੀ ਹੈ ਜਾਂ ਮਲਟੀ ਥ੍ਰੈਡਿੰਗ ਵਾਲੀ ਦਿੱਤੀ ਹੈ 12.3। ਤਾਂ 12.3 ਐਗਜ਼ਾਮਪਲ ਹੀ ਤਿੰਨਾਂ ਚੀਜ਼ਾਂ ਲਈ ਆਊਗੀ। ਜੇ ਤੁਸੀਂ ਲਾਈਫ ਸਾਈਕਲ ਐਕਸਪਲੇਨ ਕਰਨੀ ਹੈ ਤਾਂ ਵੀ ਇਹੀ ਐਗਜ਼ਾਮਪਲ ਆਊਗੀ। ਜੇ ਤੁਸੀਂ ਮਲਟੀ ਥ੍ਰੈਡਿੰਗ ਲੈਣੀ, ਆਪਾਂ 3 ਥ੍ਰੈਡ ਲੈ ਰਹੇ ਹਾਂ T1 T2 T3 ਇਹਦੇ ਵਿੱਚ। ਠੀਕ ਹੈ, ਥ੍ਰੈਡ 1 ਕਲਾਸ ਹੈ, 2 ਕਲਾਸ ਹੈ, 3 ਕਲਾਸ ਹੈ, 3 ਥ੍ਰੈਡ ਕ੍ਰੀਏਟ ਕਰ ਰਹੇ ਹਾਂ, ਥ੍ਰੈਡ 1, ਥ੍ਰੈਡ 2 ਤੇ ਥ੍ਰੈਡ 3। ਤਾਂ ਮਲਟੀ ਥ੍ਰੈਡਸ ਵਿੱਚ ਵੀ ਇਹੀ ਆ ਜਾਊਗੀ, ਲਾਈਫ ਸਾਈਕਲ ਵਿੱਚ ਵੀ ਇਹੀ ਆਊਗੀ। ਅਗਰ ਇੰਟਰ ਥ੍ਰੈਡ ਕਮਿਊਨੀਕੇਸ਼ਨ ਆਉਂਦਾ ਵਾ
ਕਿ ਆਪਸ ਵਿੱਚ ਥ੍ਰੈਡ ਕਮਿਊਨੀਕੇਸ਼ਨ ਕਿਵੇਂ ਕਰਦੇ, ਤਾਂ ਉਹਦੇ ਵਿੱਚ ਵੀ ਇਹੀ ਐਗਜ਼ਾਮਪਲ ਆਊਗੀ। ਪਰ ਉਹਦੇ ਵਿੱਚ ਤੁਸੀਂ ਐਕਸਪਲੇਨ ਕੀ ਕਰੋਗੇ, 3 ਮੈਥਡਸ ਜਿਹੜੇ ਆਪਾਂ ਕੀਤੇ ਆ ਥਿਊਰੀ ਵਾਈਜ਼, ਸਸਪੈਂਡਡ, ਰਿਜ਼ਿਊਮ, ਸਲੀਪ, ਵੇਟ ਐਂਡ ਨੋਟੀਫਾਈ ਜਾਂ ਵੇਟ ਐਂਡ ਨੋਟੀਫਾਈ ਆਲ। ਔਰ ਇਹਦੇ ਵਿੱਚ ਆਪਾਂ ਮੈਂਸ਼ਨ ਕਰ ਦਾਂਗੇ ਕਿ ਜਿਵੇਂ ਸਲੀਪ ਆ ਉਨੇ ਟਾਈਮ ਲਈ ਉਹ ਸਲੀਪ ਹੋ ਜਾਊਗਾ, ਠੀਕ ਹੈ, ਜਾਂ ਆਪਾਂ ਕਹਿੰਦੇ ਯੀਲਡ ਹੈ ਤਾਂ ਉਹ ਰਨੇਬਲਸ ਚਲੇ ਜਾਊਗਾ, ਸਟਾਪ ਕਵਾਂਗੇ ਤਾਂ ਸਟਾਪ ਹੋ ਜਾਊਗਾ। ਤਾਂ ਇਹ ਐਗਜ਼ਾਮਪਲ ਤੁਸੀਂ ਇੰਟਰਥ੍ਰੈਡ ਕਮਿਊਨੀਕੇਸ਼ਨ ਵਿੱਚ ਵੀ ਦੇ ਸਕਦੇ ਹੋ ਕਿ ਇਹਦੇ ਵਿੱਚ ਸਲੀਪ ਮੈਥਡ ਆਪਾਂ ਇੰਪਲੀਮੈਂਟ ਕਰਕੇ ਦਿਖਾਇਆ ਹੋਇਆ ਵਾ। ਠੀਕ ਹੈ ਬੇਟਾ, ਇਹਦੇ ਨਾਲ ਆਪਣਾ ਮਲਟੀ ਥ੍ਰੈਡਿੰਗ ਦਾ ਚੈਪਟਰ ਕੰਪਲੀਟ ਹੈ। ਮਲਟੀ ਥ੍ਰੈਡਿੰਗ ਵਿੱਚ ਆਪਾਂ ਕੀਤਾ ਸੀ ਵੀ ਥ੍ਰੈਡਸ ਕਿਵੇਂ ਕ੍ਰੀਏਟ ਹੁੰਦੇ ਆ, 2 ਮੈਥਡ ਹੈ, ਉਹਦੀ ਲਾਈਫ ਸਾਈਕਲ ਕੀ ਹੈ ਥ੍ਰੈਡਸ ਦਾ, ਉਹਦੀ ਐਗਜ਼ਾਮਪਲ, ਮਲਟੀ ਥ੍ਰੈਡਿੰਗ ਕੀ ਹੁੰਦੀ ਹੈ, ਸੇਮ ਐਗਜ਼ਾਮਪਲ, ਠੀਕ ਹੈ, ਸਿੰਕਰੋਨਾਈਜੇਸ਼ਨ ਕੀ ਹੈ, ਉਹਦੀ ਥਿਊਰੀ, ਔਰ ਲਾਸਟ ਕੀਤਾ ਇੰਟਰਥ੍ਰੈਡ ਕਮਿਊਨੀਕੇਸ਼ਨ। ਤਾਂ ਸੇਮ ਐਗਜ਼ਾਮਪਲ ਹੈ, ਕਮਿਊਨੀਕੇਸ਼ਨ ਦੇ 3 ਤਰੀਕੇ ਇੰਟਰਥ੍ਰੈਡ ਕਮਿਊਨੀਕੇਸ਼ਨ ਦੇ, ਕਿ ਇੱਕ ਥ੍ਰੈਡ ਬੰਦ ਹੋਇਆ ਤਾਂ ਦੂਸਰਾ ਚੱਲਦਾ, ਦੂਸਰਾ ਸਟਾਪ ਹੋਇਆ ਤਾਂ ਤੀਸਰਾ ਚੱਲਦਾ। ਕਿਵੇਂ ਹੁੰਦਾ, ਸਸਪੈਂਡ ਐਂਡ ਰਿਜ਼ਿਊਮ ਨਾਲ, ਸਲੀਪ ਮੈਥਡ ਨਾਲ, ਜਾਂ ਵੇਟ ਐਂਡ ਨੋਟੀਫਾਈ, ਜਾਂ ਫਿਰ ਨੋਟੀਫਾਈ ਆਲ ਨਾਲ। ਠੀਕ ਹੈ ਬੇਟਾ, ਇਹ ਦੋਨੋਂ ਵੀਡੀਓਜ਼ ਤੁਸੀਂ ਸੁਣ ਲੈਣੀਆਂ, ਮੈਂ ਸੈਂਡ ਕਰ ਰਹੀ ਹਾਂ। ਅਗਰ ਕੋਈ ਪ੍ਰੋਬਲਮ ਹੋਏਗੀ ਤਾਂ ਤੁਸੀਂ ਮੇਰੇ ਨਾਲ ਨੈਕਸਟ ਲੈਕਚਰ ਵਿੱਚ ਡਿਸਕਸ ਕਰ ਸਕਦੇ ਹੋ।